Hello students, today we will talk about stress. So stress ਦੇ ਵਿੱਚ ਕੀ ਆ ਸੋ ਇਹ ਪਹਿਲਾਂ ਆਪਾਂ ਆਲਰੇਡੀ ਆਪਾਂ ਪਿੱਛੇ ਜੋ ਸਬਜੈਕਟਸ ਪੜ੍ਹੇ ਸੀ ਉਹਦੇ ਵਿੱਚ ਆਪਾਂ ਪੜ੍ਹ ਚੁੱਕੇ ਹਾਂ। ਠੀਕ ਆ। ਸੋ ਕੀ ਆ ਬੇਸਿਕਲੀ ਇਹ ਇੱਕ ਇੰਟਰਨਲ ਫਿਨੋਮੀਨਾ ਆ। ਠੀਕ ਆ। ਇੰਟਰਨਲ ਫਿਨੋਮੀਨਾ ਆ ਜਦੋਂ ਵੀ ਆਪਾਂ ਕਿਸੇ ਬੋਡੀ ਦੇ ਉੱਪਰ ਕੋਈ ਲੋਡ ਅਪਲਾਈ ਕਰਦੇ ਹਾਂ ਜਾਂ ਫੋਰਸ ਅਪਲਾਈ ਕਰਦੇ ਹਾਂ ਉਹਦੇ ਨਾਲ ਬੋਡੀ ਦੇ ਵਿੱਚ ਕੁਝ ਚੇਂਜਸ ਆਉਂਦੀਆਂ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਇਹਦੇ ਇਸ ਡਾਇਗਰਾਮ ਦੀ ਗੱਲ ਹੀ ਕਰੀਏ। ਜੋ ਫਸਟ ਡਾਇਗਰਾਮ ਆ ਉਹਦੇ ਵਿੱਚ ਤੁਸੀਂ ਦੇਖ ਰਹੇ ਆ ਕਿ ਇੱਕ ਬੋਡੀ ਆ ਜਿਹਦੇ ਉੱਪਰ ਕੀ ਆ ਟੈਂਸਾਈਲ ਫੋਰਸਿਸ ਲੱਗਦੀਆਂ ਪਈਆਂ ਆ। ਠੀਕ ਹੈ ਜੀ। ਟੈਂਸਾਈਲ ਫੋਰਸ ਲੱਗ ਰਹੀ ਆ। ਸੋ ਟੈਂਸਾਈਲ ਫੋਰਸ ਲੱਗਣ ਦੇ ਨਾਲ ਇਸ ਬੋਡੀ ਵਿੱਚ ਕੁਝ ਚੇਂਜਸ ਆਉਣਗੀਆਂ। ਇਹਦੀ ਲੈਂਥ ਇਨਕਰੀਜ਼ ਹੋਊਗੀ। ਠੀਕ ਆ। ਸੋ ਇਹ ਲੈਂਥ ਇਨਕਰੀਜ਼ ਹੋਊਗੀ ਤਾਂ ਇੰਟਰਨਲੀ ਵੀ ਕੁਝ ਚੇਂਜਸ ਆਉਣਗੀਆਂ। ਠੀਕ ਆ। ਸੋ ਇੰਟਰਨਲੀ ਕੀ ਚੇਂਜਸ ਆਉਣਗੀਆਂ ਜੋ ਇਹਦੇ ਮੋਲੀਕਿਊਲਸ ਆ ਉਹ ਵੀ ਡਿਸਪਲੇਸ ਹੋਣਗੇ ਆਪਣੀ ਓਰੀਜਨਲ ਪੋਜੀਸ਼ਨ ਤੋਂ। ਠੀਕ ਆ। ਤਾਂ ਹੀ ਉਹਦੀ ਲੈਂਥ ਇਨਕਰੀਜ਼ ਹੋ ਰਹੀ ਆ। ਉਹਨਾਂ ਦੇ ਵਿੱਚ ਗੈਪ ਇਨਕਰੀਜ਼ ਹੋਊਗਾ। ਸੋ ਉਹਨਾਂ ਮੋਲੀਕਿਊਲਸ ਦੇ ਉੱਤੇ ਇਫੈਕਟ ਪਏਗਾ। ਠੀਕ ਆ ਜੀ। ਹੁਣ ਜਿਹੜੀ ਫੋਰਸ ਮੈਂ ਬਾਹਰ ਅਪਲਾਈ ਕੀਤੀ ਆ ਉਹ ਫੋਰਸ ਦਾ ਇਫੈਕਟ ਅੰਦਰਲੇ ਪਾਸੇ ਜਾ ਰਿਹਾ ਆ। ਠੀਕ ਆ। ਮਤਲਬ ਕੀ ਆ ਉਹ ਜਿਹੜੀ ਬੋਡੀ ਆ ਉਹ ਐਕਸਟਰਨਲ ਫੋਰਸ ਨੂੰ ਕੀ ਕਰ ਰਹੀ ਆ ਇੱਕ ਤਰ੍ਹਾਂ ਨਾਲ ਬੀਅਰ ਕਰ ਰਹੀ ਆ। ਜਿਸ ਤਰ੍ਹਾਂ ਹਿਊਮਨ ਬੋਡੀ ਆ। ਹਿਊਮਨ ਬੋਡੀ ਜੇ ਆਪਾਂ ਕੋਈ ਵਰਕ ਦਿੰਦੇ ਹਾਂ ਵਰਕ ਕਰਦੇ 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 ਕਿ ਬ੍ਰੇਨ ਦੇ ਉੱਤੇ ਕੀ ਆ ਇੱਕ ਵਿਦ ਟਾਈਮ ਕੀ ਹੈ ਕਿ ਸਟਰੈਸ ਜਨਰੇਟ ਹੁੰਦੀ ਹੈ। ਸਟਰੈਸ ਕੀ ਆ ਉਹ ਥਕਾਵਟ ਆ। ਠੀਕ ਆ ਜੀ। ਥਕਾਵਟ ਕੀ ਹੈ ਕਿ ਲੋਡ ਲੈ ਰਹੇ ਹਾਂ ਆਪਾਂ ਕਿਸੇ ਕੋਈ ਵਰਕ ਕਰ ਰਹੇ ਹਾਂ। ਵਰਕ ਕਰਨ ਦਾ ਮਤਲਬ ਕੀ ਹੈ ਕੋਈ ਲੋਡ ਲੈ ਰਹੇ ਹਾਂ ਆਪਾਂ। ਉਹ ਲੋਡ ਲੈਣ ਨਾਲ ਕੀ ਹੋ ਰਿਹਾ ਹੁਣ ਸਾਡੇ ਜੋ ਬ੍ਰੇਨ ਆ ਉਹ ਇਸਤੇਮਾਲ ਹੋ ਰਿਹਾ। ਹੁਣ ਜੋ ਬ੍ਰੇਨ ਇਸਤੇਮਾਲ ਕਰਾਂਗੇ ਜਿੱਦਾਂ ਤਾਂ ਆਪਾਂ ਕੋਈ ਚੀਜ਼ ਨੂੰ ਇਸਤੇਮਾਲ ਕਰਦੇ ਹਾਂ ਉਹਦਾ ਜੋ ਯੂਟੀਲਾਈਜੇਸ਼ਨ ਹੋ ਰਿਹਾ ਵਿਦ ਟਾਈਮ। ਠੀਕ ਆ ਜੀ। ਹੁਣ ਉਹਦੇ ਉੱਪਰ ਇਫੈਕਟ ਪਏਗਾ। ਠੀਕ ਆ। ਬ੍ਰੇਨ ਦੇ ਉੱਪਰ ਇਫੈਕਟ ਪਏਗਾ। ਹੁਣ ਉਹ ਇਫੈਕਟ ਥਕਾਵਟ ਦੇ ਵਿੱਚ ਕਈ ਵਾਰੀ ਉਹ ਸਟਰੈਸ ਦੇ ਵਿੱਚ ਉਹ ਸਾਨੂੰ ਮਿਲਦਾ ਹੈ। ਠੀਕ ਆ ਜੀ। ਸੋ ਇਹਦੇ ਵਿੱਚ ਵੀ ਇੱਦਾਂ ਹੀ ਆ। ਹੁਣ ਬੋਡੀ ਆ ਬੋਡੀ ਦੇ ਬਾਹਰ ਆਪਾਂ ਕੋਈ ਲੋਡ ਕੋਈ ਆਪਾਂ ਅਪਲਾਈ ਕਰਦੇ ਪਏ ਹਾਂ ਫੋਰਸ ਅਪਲਾਈ ਕਰਦੇ ਪਏ ਉਹਦੇ ਇੰਟਰਨਲੀ ਪਾਸੇ ਉਹਦੇ ਅੰਦਰਲੇ ਪਾਸੇ ਜਿਹੜੇ ਮੋਲੀਕਿਊਲਸ ਆ ਉਹਨਾਂ ਦੇ ਵਿੱਚ ਵੀ ਕੁਝ ਚੇਂਜਸ ਆਉਣਗੀਆਂ। ਠੀਕ ਆ ਜੀ। ਉਹ ਫੋਰਸ ਅੰਦਰਲੇ ਪਾਸੇ ਵੀ ਇਫੈਕਟ ਪਾਏਗੀ। ਠੀਕ ਆ ਜੀ। ਸੋ ਉਹਦੇ ਕਰਕੇ ਹੁਣ ਉਹ ਜਿਹੜੀ ਫੋਰਸ ਆ ਉਹ ਕੀ ਇਫੈਕਟ ਪੈਦਾ ਕਰ ਰਹੀ ਕਿੰਨੀ ਏਰੀਆ ਦੇ ਵਿੱਚ ਇਫੈਕਟ ਪੈਦਾ ਕਰ ਰਹੀ ਆ। ਠੀਕ ਆ ਜੀ। ਉਹਨੂੰ ਆਪਾਂ ਸਟਰੈਸ ਕਹਿੰਦੇ ਪਏ ਹਾਂ। ਠੀਕ ਆ ਜੀ। ਉਹ ਕਿਸ ਤਰ੍ਹਾਂ ਆਪਾਂ ਕੈਲਕੂਲੇਟ ਕਰਦੇ ਹਾਂ ਮੈਂ ਤੁਹਾਨੂੰ ਦੱਸਦਾ ਹੁਣੀ। ਇਹਦੇ ਵਿੱਚ ਕੀ ਆ ਹੁਣ ਸਪੋਜ਼ ਮੈਂ ਇੱਥੇ ਬਾਹਰ ਐਕਸਟਰਨਲ ਫੋਰਸ ਪੀ ਅਪਲਾਈ ਕਰਦੇ ਪਏ ਹਾਂ ਉਹਦੇ ਕਰਕੇ ਕੀ ਆ ਉਹਦੇ ਅੰਦਰਲੇ ਪਾਸੇ ਕੀ ਆ ਆਪਾਂ ਨਾਮ ਦਿੱਤਾ ਰੈਜ਼ਿਸਟਿੰਗ ਫੋਰਸ। ਹੁਣ ਜੇ ਮੈਂ ਬਾਹਰ ਐਕਸਟਰਨਲ ਕੋਈ ਫੋਰਸ ਅਪਲਾਈ ਕਰਦਾ ਜਿਹੜੇ ਅੰਦਰਲੇ ਮੋਲੀਕਿਊਲਸ ਆ ਉਹ ਉਸ ਫੋਰਸ ਨੂੰ ਕੀ ਕਰਦੇ ਪਏ ਬੀਅਰ ਕਰਦੇ ਪਏ ਆ। ਠੀਕ ਆ ਜੀ। ਬੀਅਰ ਕਰਦੇ ਪਏ ਬੀਅਰ ਕਰਨ ਦਾ ਮਤਲਬ ਕੀ ਆ ਆਪਾਂ ਉਸ ਚੀਜ਼ ਨੂੰ ਕੀ ਆ ਮਤਲਬ ਉਹ ਮੋਲੀਕਿਊਲ ਕੀ ਕਰਦੇ ਪਏ ਉਸ ਫੋਰਸ ਨੂੰ ਕੀ ਰਜਿਸਟ ਕਰਦੇ ਪਏ ਆ। ਇਸ ਕਰਕੇ ਇਹਨੂੰ ਨਾਮ ਦਿੱਤਾ ਗਿਆ ਹੈ ਰਜਿਸਟਿੰਗ ਫੋਰਸ। ਠੀਕ ਆ ਜੀ। ਉਹ ਜਿਹੜੀ ਰਜਿਸਟਿੰਗ ਫੋਰਸ ਆ ਠੀਕ ਆ ਜੀ ਕਿੰਨੇ ਏਰੀਆ ਦੇ ਵਿੱਚ ਲੱਗਦੀ ਪਈ ਆ। ਉਹ ਜੋ ਰਜਿਸਟਿੰਗ ਫੋਰਸ ਆ ਅੰਦਰਲੇ ਪਾਸੇ ਉਹ ਕਿੰਨੇ ਏਰੀਆ ਦੇ ਵਿੱਚ ਐਕਟ ਕਰ ਰਹੀ ਆ। ਠੀਕ ਆ ਜੀ। ਤਾਂ ਜੇ ਆਪਾਂ ਦੋਨਾਂ ਨੂੰ ਡਿਵਾਈਡ ਕਰ ਦਈਏ ਫੋਰਸ ਅਪੋਨ ਏਰੀਆ ਤਾਂ ਉਹ ਸਾਨੂੰ ਕੀ ਦਿੰਦੀ ਹੈ ਸਟਰੈਸ ਦਿੰਦੀ ਹੈ। ਸਾਨੂੰ ਕੀ ਦਿੰਦੀ ਉਹ ਸਟਰੈਸ ਦਿੰਦੀ ਹੈ। ਠੀਕ ਆ ਜੀ। ਸੋ ਇਹਨੂੰ ਆਪਾਂ ਇਹਦੇ ਜੋ ਯੂਨਿਟਸ ਆ ਉਹਨੂੰ ਆਪਾਂ ਪਾਸਕਲ ਦੇ ਵਿੱਚ ਵੀ ਐਸਆਈ ਯੂਨਿਟ ਦੇ ਵਿੱਚ ਆਪਾਂ ਰੱਖਿਆ ਪਾਸਕਲ। ਠੀਕ ਹੈ ਜੀ। ਨਿਊਟਨ ਪਰ ਮੀਟਰ ਸਕੁਏਅਰ ਦੇ ਵਿੱਚ ਆਪਾਂ ਇਸ ਨੂੰ ਕੈਲਕੂਲੇਟ ਕਰਦੇ ਹਾਂ। ਠੀਕ ਹੈ ਜੀ। ਸੋ ਨੈਕਸਟ ਇਜ਼ ਟਾਈਪਸ ਆਫ ਸਟ੍ਰੈਸਿਸ। ਸਟ੍ਰੈਸਿਸ ਦੀਆਂ ਕਿਹੜੀਆਂ ਟਾਈਪਸ ਆ। ਠੀਕ ਹੈ ਜੀ। ਸੋ ਕੁਛ 4-5 ਟਾਈਪਸ ਹੈਗੀਆਂ ਦੇਖ ਲੈਂਦੇ ਹਾਂ ਇਹਦੇ ਵਿੱਚ। ਡਾਇਰੈਕਟ ਸਟ੍ਰੈਸ। ਠੀਕ ਹੈ। ਡਾਇਰੈਕਟ ਸਟ੍ਰੈਸ ਕੀ ਹੁੰਦੀ ਆ। ਠੀਕ ਆ ਜੀ। ਉਹਦੀਆਂ ਅੱਗੇ ਟਾਈਪਸ ਹੈਗੀਆਂ ਟੈਂਸਾਈਲ ਸਟ੍ਰੈਸ ਕੰਪਰੈਸਿਵ ਸਟ੍ਰੈਸ। ਠੀਕ ਆ ਜੀ। ਸ਼ੀਅਰ ਸਟ੍ਰੈਸ ਬੈਂਡਿੰਗ ਸਟ੍ਰੈਸ ਟੋਰਜ਼ਨਲ ਸਟ੍ਰੈਸ ਅਤੇ ਥਰਮਲ ਸਟ੍ਰੈਸ। ਠੀਕ ਹੈ। ਜਿੰਨੀਆਂ ਵੀ ਸਟ੍ਰੈਸਿਸ ਹੈਗੀਆਂ ਹੈ ਤੁਸੀਂ ਦੇਖਿਆ ਹੋਣਾ ਆਪਾਂ ਫਸਟ ਜੋ ਟੋਪਿਕ ਪੜ੍ਹਿਆ ਸੀਗਾ ਉਹ ਸੀਗਾ ਸਾਡਾ ਟਾਈਪ ਆਫ ਲੋਡਸ। ਸੋ ਟਾਈਪਸ ਆਫ ਲੋਡਸ ਦੇ ਵਿੱਚ ਆਪਾਂ ਕੀ ਪੜ੍ਹੇ ਸੀ ਟੈਂਸਾਈਲ ਲੋਡ ਕੰਪਰੈਸਿਵ ਲੋਡ ਸ਼ੀਅਰਿੰਗ ਲੋਡ ਟੋਰਜ਼ਨਲ ਲੋਡ ਬੈਂਡਿੰਗ ਲੋਡਸ। ਠੀਕ ਆ ਜੀ। ਇਹ ਆਪਾਂ ਲੋਡ ਪੜ੍ਹੇ ਸੀਗੇ। ਹੁਣ ਜਦੋਂ ਵੀ ਕਿਸੇ ਵੀ ਬੋਡੀ ਉੱਪਰ ਆਪਾਂ ਲੋਡ ਅਪਲਾਈ ਕਰਦੇ ਹਾਂ ਉਹਦੇ ਵਿੱਚ ਸਟਰੈਸ ਜਨਰੇਟ ਹੋਣੀ ਹੀ ਹੋਣੀ ਆ। ਕੋਈ ਫੋਰਸ ਭਾਵੇਂ ਮਾਈਨਰ ਫੋਰਸ ਲੱਗਦੀ ਪਈ ਆ ਬੋਡੀ ਉੱਪਰ ਭਾਵੇਂ ਮੇਜਰ ਫੋਰਸ ਲੱਗਦੀ ਪਈ ਆ। ਠੀਕ ਹੈ ਜੀ। ਉਹਦੇ ਵਿੱਚ ਕੋਈ ਨਾ ਕੋਈ ਸਟਰੈਸ ਜਨਰੇਟ ਜ਼ਰੂਰ ਹੋਊਗੀ। ਠੀਕ ਆ ਜੀ। ਹੁਣ ਜਿੱਦਾਂ ਜਿੱਦਾਂ ਨਾਮ ਆਏ ਆ ਠੀਕ ਆ ਜੀ ਇਹਦਾ ਮਤਲਬ ਕੀ ਆ ਜਿਹੜਾ ਲੋਡ ਹੋਊਗਾ ਉਹ ਲੋਡ ਵੀ ਉਸ ਮੁਤਾਬਿਕ ਹੀ ਹੋਊਗਾ ਤਾਂ ਫਿਰ ਸਾਨੂੰ ਉਸ ਮੁਤਾਬਿਕ ਸਾਨੂੰ ਸਟਰੈਸ ਦੀ ਵੈਲਿਊ ਮਿਲਦੀ ਪਈ ਹੈ। ਠੀਕ ਆ ਜੀ। ਸੋ ਜਿੱਦਾਂ ਆਪਾਂ ਗੱਲ ਕਰਦੇ ਹਾਂ ਪਹਿਲਾਂ ਡਾਇਰੈਕਟ ਸਟ੍ਰੈਸਿਸ। ਡਾਇਰੈਕਟ ਸਟ੍ਰੈਸਿਸ ਉਹੀ ਹੁੰਦੀਆਂ ਜਿਹੜੀ ਕਿ ਪਰਪੈਂਡੀਕੂਲਰ ਲੱਗਦੀਆਂ
ਨੋਰਮਲ ਦਾ ਮਤਲਬ ਕੀ ਆ, ਆਪਾਂ ਲਾਸਟ ਟਾਈਮ ਤੁਹਾਨੂੰ ਯਾਦ ਹੋਣਾ ਆ, ਆਪਾਂ AM ਦੇ ਵਿੱਚ ਪੜ੍ਹਿਆ ਸੀਗਾ। AM ਦੇ ਵਿੱਚ ਕੀ ਕੀਤਾ ਸੀਗਾ, ਇੱਕ ਸਾਡੇ ਕੋਲ ਬਲੋਕ ਸੀਗਾ, ਬਲੋਕ ਦੇ ਉੱਪਰ ਫੋਰਸ ਲੱਗਦੀ ਸੀਗੀ, ਨੀਚੇ ਨੂੰ ਫੋਰਸ ਲੱਗਦੀ ਸੀਗੀ ਵੇਟ ਬੋਡੀ ਦਾ, ਤੇ ਉੱਪਰ ਨੂੰ ਰਿਐਕਸ਼ਨ ਨੋਰਮਲ। ਠੀਕ ਹੈ ਜੀ, ਮਤਲਬ ਕਿ ਜਿਹੜੀ ਨੋਰਮਲ ਫੋਰਸ ਹੁੰਦੀ ਹੈ ਹਮੇਸ਼ਾ ਕੀ ਲੱਗਦੀ ਹੈ, ਪਰਪੈਂਡੀਕੂਲਰ ਲੱਗਦੀ ਆ। ਸੋ ਡਾਇਰੈਕਟ ਸਟ੍ਰੈਸਿਸ ਕਿਹੜੀਆਂ ਹੁੰਦੀਆਂ ਆ, ਜਿਹੜੀ ਕੀ ਆ ਪਰਪੈਂਡੀਕੂਲਰ ਲੱਗਦੀਆਂ ਪਈਆਂ ਆ ਬੋਡੀ ਦੇ ਉੱਤੇ। ਠੀਕ ਆ, ਹੁਣ ਜਿੱਦਾਂ ਐਗਜ਼ਾਮਪਲ ਕਰ ਆਪਾਂ ਲਈਏ ਟੈਂਸਾਈਲ ਸਟ੍ਰੈਸ, ਇਹ ਫਿਗਰ 3 ਦੇ ਵਿੱਚ ਅੱਗੇ ਐਗਜ਼ਾਮਪਲ ਹੈਗੀ ਇਹਦੀ, ਆਪਾਂ ਦੇਖਦੇ ਚੈੱਕ ਕਰਦੇ ਹਾਂ। ਦੇਖੋ ਫਸਟ ਐਗਜ਼ਾਮਪਲ ਦੇ ਇਹਦੇ ਵਿੱਚ ਕੀ ਸ਼ੋ ਕਰਦਾ ਪਿਆ ਹੈ, ਇਹ 'ਚ ਇਹ ਸ਼ੋ ਕਰਦਾ ਪਿਆ ਕਿ ਮੇਰੇ ਕੋਲ ਇੱਕ ਬੋਡੀ ਆ, ਬੋਡੀ ਦੇ ਉੱਪਰ ਮੈਂ ਕੀ ਅਪਲਾਈ ਕੀਤੀ ਆ, ਲੋਡ ਅਪਲਾਈ ਕੀਤੀ ਹੈ, ਫੋਰਸ ਅਪਲਾਈ ਕੀਤੀ ਹੈ। ਕਿਹੜੀ ਫੋਰਸ ਅਪਲਾਈ ਕੀਤੀ ਹੈ ਇੱਥੇ, ਹੁਣ ਆਪਾਂ ਜਿਹੜੀ ਪੁੱਲ ਵਾਲੀ ਫੋਰਸ ਆ, ਕਿਹੜੀ ਫੋਰਸ ਹੁੰਦੀ ਆ, ਉਹ ਹੁੰਦੀ ਆ ਟੈਂਸਾਈਲ ਫੋਰਸ। ਜਿਹੜੀ ਪੁਸ਼ ਵਾਲੀ ਹੁੰਦੀ ਆ ਉਹ ਕਿਹੜੀ ਆ, ਕੰਪਰੈਸਿਵ ਫੋਰਸ। ਠੀਕ ਹੈ ਜੀ, ਇਹ ਦੋਨੋਂ ਫੋਰਸਾਂ ਕਿਹਦੇ ਵਿੱਚ ਲੱਗਦੇ ਪਏ ਆ, ਨੋਰਮਲ ਲੱਗਦੇ ਪਏ ਆ। ਇਹ ਜਿੱਦਾਂ ਸਾਡੀ ਬੋਡੀ ਆ, ਬੋਡੀ ਦੇ ਕੀ ਆ ਨੋਰਮਲ, ਆ ਬੋਡੀ ਆ, ਬੋਡੀ ਦੇ ਕੀ ਆ ਪਰਪੈਂਡੀਕੂਲਰ ਲੱਗਦੀ ਪਈਆਂ, ਨੋਰਮਲ ਲੱਗਦੀ ਪਈਆਂ। ਠੀਕ ਹੈ ਜੀ, ਪਰਪੈਂਡੀਕੂਲਰ। ਸੋ ਇਸ ਕਰਕੇ ਇਹਨਾਂ ਨੋਰਮਲ ਸਟ੍ਰੈਸਿਸ ਕਹਿੰਦੇ ਆ। ਨੋਰਮਲ ਸਟ੍ਰੈਸਿਸ ਦੇ ਵਿੱਚ ਦੋ ਕੈਟੇਗਰੀ ਆ, ਟੈਂਸਾਈਲ ਸਟ੍ਰੈਸ ਅਤੇ ਕੰਪਰੈਸਿਵ ਸਟ੍ਰੈਸ। ਟੈਂਸਾਈਲ ਸਟ੍ਰੈਸ ਨਾਲ ਕੀ ਹੁੰਦਾ ਹੈ, ਦੇਖੋ ਟੈਂਸਾਈਲ ਸਟ੍ਰੈਸ ਕੀ ਆ, ਜਦੋਂ ਆਪਾਂ ਟੈਂਸਾਈਲ ਲੋਡ ਅਪਲਾਈ ਕਰਾਂਗੇ ਕਿਸੇ ਬੋਡੀ ਦੇ ਉੱਪਰ, ਟੈਂਸਾਈਲ ਲੋਡ ਨਾਲ ਕੀ ਹੁੰਦਾ ਆ, ਲੈਂਥ ਇਨਕਰੀਜ਼ ਹੋਊਗੀ। ਪੁੱਲ ਦੇ ਨਾਲ ਕੀ ਹੋਊਗਾ, ਲੈਂਥ ਇਨਕਰੀਜ਼ ਹੋਊਗੀ। ਪੁਸ਼ ਨਾਲ ਕੀ ਹੋਊਗਾ, ਲੈਂਥ ਡਿਕਰੀਜ਼ ਹੋਊਗੀ। ਠੀਕ ਹੈ ਜੀ, ਸੋ ਇਹਦੇ ਵਿੱਚ ਹੁਣ ਸਟ੍ਰੈਸ ਆਪਾਂ ਜੇ ਕੈਲਕੂਲੇਟ ਕਰਨੀ ਆ ਤਾਂ ਕਿੱਦਾਂ ਕਰਾਂਗਾ। ਠੀਕ ਹੈ ਜੀ, ਸੋ ਇਹਦੇ ਵਿੱਚ ਹੁਣ ਜੇ ਆਪਾਂ ਸਟ੍ਰੈਸ ਕੈਲਕੂਲੇਟ ਕਰਨੀ ਹੈ ਕਿੱਦਾਂ ਕੈਲਕੂਲੇਟ ਕਰਾਂਗਾ। ਸਿੰਪਲ ਉਹੀ ਜੋ ਆਪਾਂ ਪਹਿਲਾਂ ਕਿਹਾ ਕਿ ਕਿੰਨੀ ਫੋਰਸ ਲੱਗਦੀ ਪਈ ਆ ਅਤੇ ਕਿੰਨੇ ਏਰੀਆ ਦੇ ਵਿੱਚ ਅਪਲਾਈ ਕਰਦੇ ਪਏ ਆ, ਕਿੰਨੇ ਏਰੀਆ ਦੇ ਵਿੱਚ ਉਹ ਐਕਟ ਕਰ ਰਹੀ ਆ। ਠੀਕ ਹੈ ਜੀ, ਫੋਰਸ ਅਪੋਨ ਏਰੀਆ। ਸੋ ਸਟ੍ਰੈਸ ਦਾ ਜੋ ਜਨਰਲ ਫਾਰਮੂਲਾ ਆ, ਬੇਸਿਕ ਫਾਰਮੂਲਾ ਆ, ਫੋਰਸ ਅਪੋਨ ਏਰੀਆ, ਉਹ ਸੇਮ ਹੀ ਰਹਿਣਾ ਆ। ਠੀਕ ਆ ਜੀ, ਬਸ ਉਹ ਜਿਹੜੀ ਫੋਰਸ ਆ ਉਹ ਕਿਸ ਤਰ੍ਹਾਂ ਦਾ ਫੋਰਸ ਲੱਗਦੀ ਪਈ ਆ ਬੋਡੀ ਦੇ ਉੱਤੇ, ਆਪਾਂ ਉਹ ਫੋਰਸ ਨੂੰ ਹੀ ਦੇਖਣਾ ਹੈ। ਠੀਕ ਆ ਜੀ, ਜੇ ਟੈਂਸਾਈਲ ਫੋਰਸ ਲੱਗਦੀ ਪਈ ਆ, ਠੀਕ ਆ ਜੀ, ਉਹ ਫਿਰ ਤੁਹਾਡੀ ਟੈਂਸਾਈਲ ਸਟ੍ਰੈਸ ਬਣ ਜਾਏਗੀ, ਕਿਉਂਕਿ ਉਹ ਫੋਰਸ ਟੈਂਸਾਈਲ ਫੋਰਸ ਕਰਕੇ ਜੋ ਬੋਡੀ ਦੇ ਵਿੱਚ ਸਟ੍ਰੈਸਿਸ ਪੈਦਾ ਹੋ ਰਹੀਆਂ ਆ। ਠੀਕ ਆ ਜੀ, ਉਹ ਸਟ੍ਰੈਸਿਸ ਆਪਾਂ ਨਾਮ ਦਿੱਤਾ ਉਹਨੂੰ ਟੈਂਸਾਈਲ ਸਟ੍ਰੈਸ। ਠੀਕ ਹੈ ਜੀ, ਕੰਪਰੈਸਿਵ ਸਟ੍ਰੈਸ ਦੀ ਗੱਲ ਕਰਾਂ, ਜੇ ਕੰਪਰੈਸਿਵ ਫੋਰਸ ਲੱਗਦੀ ਪਈ ਆ ਤਾਂ ਉਹ ਕੀ ਜਨਰੇਟ ਕਰੂਗੀ, ਕੰਪਰੈਸਿਵ ਸਟ੍ਰੈਸ ਜਨਰੇਟ ਕਰੇਗੀ। ਠੀਕ ਹੈ ਜੀ, ਜੇ ਸ਼ੀਅਰ ਲੱਗਦੀ ਪਈ ਆ ਤਾਂ ਉਹ ਸ਼ੀਅਰ ਸਟ੍ਰੈਸ ਜਨਰੇਟ ਕਰੂ। ਸ਼ੀਅਰਿੰਗ ਲੋਡ ਕਿਹੜਾ ਹੁੰਦਾ ਹੈ, ਜੋ ਟੇਂਜੈਂਟ ਲੱਗਦਾ ਹੈ। ਜਿੱਦਾਂ ਹੁਣ ਸਾਡੇ ਕੋਲ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀਗੀ ਕਿ ਦੋ ਸਾਡੇ ਕੋਲ ਪਲੇਟਸ ਆ, ਉਹ ਰਿਵਟ ਦੇ ਨਾਲ ਆਪਾਂ ਉਹਨੂੰ ਜੁਆਇਨ ਕੀਤਾ ਹੋਇਆ ਆ। ਹੁਣ ਜਦੋਂ ਮੈਂ ਵਨ ਪਲੇਟ ਦੂਜੀ ਪਲੇਟ ਦੋਨੋਂ ਪਲੇਟਸ ਤੋਂ ਆਪਸ ਦੇ ਵਿੱਚ ਕੀ ਆ, ਮਤਲਬ ਟੈਂਜੈਂਸ਼ੀਅਲੀ ਇਹਨੂੰ ਆਪਾਂ ਟੈਂਜੈਂਸ਼ੀਅਲੀ ਫੋਰਸ ਕਹਿੰਦੇ ਆ, ਸ਼ੀਅਰ ਫੋਰਸ ਨੂੰ। ਜੋ ਟੈਂਜੈਂਸ਼ੀਅਲੀ ਫੋਰਸ ਅਪਲਾਈ ਕਰਦੇ ਤਾਂ ਉਹਦੇ ਕਰਕੇ ਕੀ ਆ, ਉਹਦੇ ਜਿਹੜੇ ਅੰਦਰ ਜੋ ਰਿਵਟ ਦੇ ਲੇਅਰਸ ਦੇ ਵਿੱਚ ਆਪਸ ਦੇ ਵਿੱਚ ਇੱਕ ਡਿਸਪਲੇਸਮੈਂਟ ਹੁੰਦੀ ਆ। ਉਹਨਾਂ ਦੇ ਲੇਅਰਸ ਦੇ ਵਿੱਚ ਆਪਸ ਦੇ ਵਿੱਚ ਇੱਕ ਡਿਸਪਲੇਸਮੈਂਟ ਹੁੰਦੀ ਆ। ਉਹ ਜਿਹੜੀ ਡਿਸਪਲੇਸਮੈਂਟ ਆ ਉਹੀ ਸ਼ੀਅਰ ਫੋਰਸ ਆ। ਠੀਕ ਹੈ ਜੀ, ਹੁਣ ਸ਼ੀਅਰ ਫੋਰਸ ਕਰਕੇ ਜੋ ਸਟ੍ਰੈਸ ਜਨਰੇਟ ਹੋ ਰਹੀ ਆ, ਠੀਕ ਹੈ ਜੀ, ਉਹ ਕੀ ਆ, ਸ਼ੀਅਰਿੰਗ ਸਟ੍ਰੈਸ ਆ। ਇਸੇ ਤਰੀਕੇ ਨਾਲ ਜੇ ਸ਼ਾਫਟ ਦੀ ਗੱਲ ਕੀਤੀ ਸੀ, ਸ਼ਾਫਟ ਦੇ ਨਾਲ ਆਪਾਂ ਜੇ ਵੀਲ ਅਟੈਚ ਕਰ ਦਿੱਤਾ ਹੈ, ਵੀਲ ਜੋ ਰੋਟੇਟ ਕਰਦਾ ਉਹਦੇ ਵਿੱਚ ਟਵਿਸਟ ਆਉਂਦਾ ਆ। ਹੁਣ ਜੋ ਟਵਿਸਟ ਜੋ ਟਵਿਸਟਿੰਗ ਲੋਡ ਆ, ਉਹ ਸ਼ਾਫਟ ਦੇ ਅੰਦਰ ਕੀ ਪੈਦਾ ਕਰ ਰਿਹਾ, ਟਵਿਸਟਿੰਗ ਸਟ੍ਰੈਸ ਪੈਦਾ ਕਰ ਰਿਹਾ, ਟੋਰਜ਼ਨ ਸਟ੍ਰੈਸ ਪੈਦਾ ਕਰ ਰਿਹਾ। ਇਸੇ ਤਰੀਕੇ ਨਾਲ ਬੈਂਡਿੰਗ ਦੀ ਗੱਲ ਕਰਦੇ ਹਾਂ, ਬੈਂਡਿੰਗ ਦੇ ਵਿੱਚ ਵੀ ਜੀ ਕੀ ਹੋਊਗਾ, ਜੋ ਬੈਂਡਿੰਗ ਲੋਡ ਅਪਲਾਈ ਕਰਾਂਗੇ ਤਾਂ ਬੈਂਡਿੰਗ ਲੋਡ ਮਤਲਬ ਫੋਰਸ ਕਰਕੇ ਜੋ ਮਟੀਰੀਅਲ ਦੇ ਵਿੱਚ ਸਟ੍ਰੈਸਿਸ ਜਨਰੇਟ ਹੋ ਰਹੀਆਂ, ਉਹ ਕੀ ਬੈਂਡਿੰਗ ਸਟ੍ਰੈਸ ਹੋ ਗਈ। ਸੋ ਜਿੰਨੀਆਂ ਵੀ ਸਟ੍ਰੈਸਿਸ ਆ ਉਹ ਡਿਪੈਂਡ ਕਰਦਾ ਹੈ ਕਿ ਲੋਡ ਕਿਸ ਤਰ੍ਹਾਂ ਅਪਲਾਈ ਕਰਦੇ ਪਏ ਆ। ਲੋਡ ਮਤਲਬ ਕੀ ਆ, ਫੋਰਸ ਕਿਸ ਤਰ੍ਹਾਂ ਅਪਲਾਈ ਕਰਦੇ ਪਏ ਆ। ਜਿਸ ਤਰ੍ਹਾਂ ਦੀ ਫੋਰਸ ਅਪਲਾਈ ਕਰਾਂਗੇ ਉਸ ਤਰ੍ਹਾਂ ਦਾ ਉਹ ਸਟ੍ਰੈਸ ਜਨਰੇਟ ਕਰੇਗੀ। ਠੀਕ ਹੈ ਜੀ, ਕੈਲਕੂਲੇਟ ਉੱਦਾਂ ਹੀ ਕਰਨੀ ਆ ਜਿਸ ਤਰ੍ਹਾਂ ਆਪਾਂ ਕਹਿੰਦੇ ਪਏ ਆ, ਫੋਰਸ ਪਰ ਯੂਨਿਟ ਏਰੀਆ, ਕਿੰਨੇ ਏਰੀਆ ਦੇ ਵਿੱਚ ਰੈਜ਼ਿਸਟਿੰਗ ਫੋਰਸ ਲੱਗ ਰਹੀ ਆ। ਠੀਕ ਹੈ ਜੀ, ਬਸ ਉਸ ਤਰ੍ਹਾਂ ਆਪਾਂ ਹਰ ਇੱਕ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ। ਨੈਕਸਟ ਇਜ਼ ਸਟ੍ਰੇਨ। ਠੀਕ ਹੈ ਜੀ, ਐਂਡ ਇਟਸ ਟਾਈਪਸ। ਸੋ ਸਟ੍ਰੇਨ ਅੱਗੇ ਵੀ ਆਪਾਂ ਪੜ੍ਹ ਚੁੱਕੇ ਹਾਂ। ਸਿੰਪਲ ਇਹਦੀ ਡੈਫੀਨੇਸ਼ਨ ਹੈਗੀ ਆ, ਕੀ ਹੈਗੀ ਆ ਕਿ ਇਟ ਇਜ਼ ਦ ਮੇਜਰ ਆਫ ਦਾ ਡਿਫੋਰਮੇਸ਼ਨ ਕੌਜ਼ਡ ਬਾਏ ਦਾ ਲੋਡਡ ਬੋਡੀ। ਠੀਕ ਹੈ ਜੀ, ਕਿੰਨੀ ਡਿਫੋਰਮੇਸ਼ਨ ਹੋਈ ਆ ਜਦੋਂ ਆਪਾਂ ਕਿਸੇ ਚੀਜ਼ ਦੀ ਬੋਡੀ ਦੇ ਪਿੱਛੇ ਆਪਾਂ ਗੱਲ ਕੀਤੀ ਸੀਗੀ। ਠੀਕ ਹੈ ਜੀ, ਕੋਈ ਮੇਰੇ ਕੋਲ ਬਾਰ, ਠੀਕ ਹੈ ਜੀ, ਬਾਰ ਦੇ ਉੱਪਰ ਕੀ ਮੈਂ ਫੋਰਸ ਅਪਲਾਈ ਕਰਦਾ ਪਿਆ, ਆ ਬਾਰ ਆ ਮੇਰੇ ਕੋਲ, ਬਾਰ ਦੇ ਉੱਪਰ ਮੈਂ ਫੋਰਸ ਅਪਲਾਈ ਕਰ ਰਿਹਾ ਆ। ਠੀਕ ਹੈ ਜੀ, ਹੁਣ ਉਹ ਬਾਰ ਦੇ ਉੱਪਰ ਜਿਹੜੀ ਫੋਰਸ ਅਪਲਾਈ ਹੋ ਰਹੀ ਆ, ਉਹ ਫੋਰਸ ਅਪਲਾਈ ਕਰਨ ਨਾਲ ਕੀ ਹੋਣੀ, ਲੈਂਥ ਇਨਕਰੀਜ਼ ਹੋ ਜਾਣੀ। ਜਦੋਂ ਇਹ ਲੈਂਥ ਇਨਕਰੀਜ਼ ਹੋਈ, ਇਹਨੂੰ ਕੀ ਕਹਿੰਦੇ ਆਪਾਂ, ਇਹਨੂੰ ਤਾਂ ਡਿਫੋਰਮੇਸ਼ਨ ਕਹਿੰਦੇ ਆ। ਠੀਕ ਹੈ ਜੀ, ਕਿੰਨੀ ਡਿਫੋਰਮੇਸ਼ਨ ਹੋਈ ਆ ਇਹ ਕਿੱਦਾਂ ਪਤਾ ਲੱਗੇਗੀ, ਕਿੰਨੀ ਪਰਸੈਂਟੇਜ ਇਲੋਂਗੇਸ਼ਨ ਹੋਈ ਹੈ ਕਿੱਦਾਂ ਪਤਾ ਲੱਗੇਗੀ। ਠੀਕ ਹੈ ਜੀ, ਸੋ ਆਪਾਂ ਇਹਨੂੰ ਕੈਲਕੂਲੇਟ ਕਰਨ ਦਾ ਤਰੀਕਾ ਕੀ ਆ ਰੱਖਿਆ ਹੋਇਆ ਕਿ ਦ ਰੇਸ਼ੀਓ ਆਫ ਅ ਚੇਂਜ ਇਨ ਡਾਇਮੈਂਸ਼ਨ ਆਫ ਦਾ ਬੋਡੀ ਟੂ ਦਾ ਓਰੀਜਨਲ ਡਾਇਮੈਂਸ਼ਨ, ਉਹ ਕੀ ਆ, ਸਟ੍ਰੇਨ।
ठीक है। स्ट्रेन की दसदी सानू स्ट्रेन दसदी है कि कितनी डिफॉर्मेशन हुई है किसी बॉडी के अंदर, कितनी डिफॉर्मेशन कितनी वो लेंथ चेंज हुई है, ठीक है जी, वो सानू दसदी है स्ट्रेन पार्ट, ठीक है जी। सो स्ट्रेन कैलकुलेट कितना करना है, चेंज इन डिमेंशन, कितनी डिमेंशन चेंज हुई है डिवाइडेड बाय ओरिजिनल डिमेंशन स्टार्टिंग के कितनी सी, जिदा हम स्टार्टिंग के सपोज इत्थे की आ 100 आ, चेंज इन डिमेंशन कितनी हुई है इत्थे, सपोज चेंज इन डिमेंशन इत्थे कितनी हुई है 150, सो कितना आ गया 150 डिवाइडेड बाय 100, ठीक है। सो चेंज इन डिमेंशन कितनी हुई है जो आप कैलकुलेट करिए, ठीक है जी। सो कि 1.5, ठीक है 1.5 की आ ये की आ ये आप परसेंटेज से दसनी है, ठीक है। सो इंटू जे 100 कर देव तो सनी परसेंटेज की वैल्यू देगी, ठीक है। ये कोई यूनिट्स नहीं होंगे, ठीक है, ये कोई भी यूनिट्स नहीं होंगे जे आप इनू कैलकुलेट करना आ, ठीक है। ये यूनिटलैस क्वांटिटी आ, सिंपल ये वैल्यू ही आएगी जो भी आऊगी, ठीक है। सो ये इसी बेस के उत्ते ਆਪਾਂ स्ट्रेनस देखनिया है। सो साढ़े को जी स्ट्रेनस है की आ टेंसाइल स्ट्रेन, कंप्रैसिव स्ट्रेन, शीयर स्ट्रेन तो वॉल्यूमैट्रिक स्ट्रेन, ठीक है जी। स्ट्रेन आप उसी तरीके ही कैलकुलेट करनी है जिस तरह आप गल की आ कि चेंज इन लेंथ अपॉन ओरिजिनल लेंथ, ठीक है जी, चेंज इन लेंथ अपॉन ओरिजिनल लेंथ, ठीक है। सो टेंसाइल स्ट्रेन की गल करिए, टेंसाइल स्ट्रेन को आप कि कैलकुलेट कर सकते हैं। हूँ जिदा मैं सपोज इतने एग्जाम्पल ली है बार की एग्जाम्पल ही ली सी, चेंज इन लेंथ ये कितनी हुई है साड़ी, चेंज इन लेंथ कितनी हुई है 150, सपोज जो लेंथ चेंज हुई है पहला 100 सी, जो लेंथ चेंज हुई वो तो 150 हो गया। सो 150 की आ गई वो चेंज इन लेंथ, मतलब इनक्रीज इन लेंथ डिवाइडेड बाय ओरिजिनल लेंथ, जिन्नी वो लेंथ ओरिजिनल हैगी, ठीक है जी। उन्होंने जो डिवाइड कर देंगे जो भी आंसर आया वो सारा की आ गई स्ट्रेन, टेंसाइल स्ट्रेन। इसी तरीके ਨਾਲ कंप्रैसिव स्ट्रेन, कंप्रैसिव स्ट्रेन की नाल की ਹੁੰਦਾ ਆ, ਹੁਣ कंप्रैसिव लोड ਲਗਾਵਾਂਗੇ ਤਾਂ ਬੋਡੀ ਦੇ ਵਿੱਚ कंप्रैसिव स्ट्रेन ਆਏਗੀ, ठीक है जी। सो कंप्रैसिव लोड ਦੇ ਨਾਲ ਹੁਣ कंप्रैसिव लोड ਤੁਹਾਨੂੰ ਪਤਾ ਹੈ ਉਹ ਪੁਸ਼ ਕਰਦਾ ਹੈ ਮਟੀਰੀਅਲ ਨੂੰ, ਪੁਸ਼ ਕਰਨ ਨਾਲ ਕੀ ਹੋਊਗਾ ਉਹਦਾ ਜੋ ਡਾਇਮੀਟਰ ਇਨਕਰੀਜ਼ ਹੋ ਜਾਊਗਾ, ਠੀਕ ਹੈ ਜੀ। ਸੋ ਇਹਦੇ ਵਿੱਚ ਆਪਾਂ ਇਹਨੂੰ ਕੈਲਕੂਲੇਟ ਕਿੱਦਾਂ ਕਰਾਂਗੇ, ਡਿਕਰੀਜ਼ ਇਨ ਲੈਂਥ ਔਰ ਡਿਕਰੀਜ਼ ਇਨ ਲੈਂਥ डिवाइडेड बाय ओरिजिनल लेंथ, ठीक है। चेंज इन डिमेंशन आप दसते पे, चेंज इन डिमेंशन कि चेंज होया, किस चीज़ का डिमेंशन चेंज होया, ठीक है जी। सो जो चेंज आया वो वैल्यू उपर जो ओरिजिनल वो वैल्यू सी उन्हें डिवाइड कर दो, वो तुहानू कंप्रैसिव स्ट्रेन दे दूगा। सिमिलरली शीयर स्ट्रेन आ, ठीक है जी, शीयर स्ट्रेन भी शीयर स्ट्रैस अपॉन शीयर स्ट्रेन भी आप उसी तरह कैलकुलेट करना है, ठीक है जी। सो वॉल्यूमेट्रिक स्ट्रेन मतलब शीयर जो शीयर स्ट्रेन आ वो शीयरिंग फोर्स के बेस पर आ, शीयरिंग फोर्स जिस तरह लगती पई है, ठीक है जी, जिस तरह एक्ट कर रही है वो करके जो चेंज आ रहा है, ठीक है जी, उन्होंने डिवाइड कर देना ओरिजिनल जो दी वैल्यू होगी। वॉल्यूमेट्रिक स्ट्रेन भी सेम हुई है, चेंज इन वॉल्यूम अपॉन ओरिजिनल वॉल्यूम, ठीक है। वॉल्यूम जो हैगी आ जिदा सपोज मेरे को एक बॉल आ वो उपर हूँ बॉल की आ, बॉल की एक स्फेयर आ, ठीक है जी। हूँ सफेयर का वॉल्यूम जो है, ठीक है जी, हूँ वो वॉल्यूम के उत्ते मैं बाहरले पासे की आ अपने हैंड के नाल बॉल नूं की करता पाया, प्रैस करता पाया, वो की आ पूरे वॉल्यूम के उत्ते फोर्स लगती पई है, बॉल नूं जे मैं अपने हैंड के नाल उन्होंने प्रैस करता पाया वो की आ पूरे वॉल्यूम के उपर फोर्स लगती पई आ, मतलब की आ उन्होंने कंप्रैस कर रहे एक तरह नाल, भावें मैं उन्होंने कंप्रैस कर रहा पर वो पूरे वॉल्यूम नूं कवर कर रही है, पूरे सफेयर नूं कवर कर रही है, ठीक है जी। हुण की आ इत्थे की है चेंज इन वॉल्यूम, हुण जिहड़ा वॉल्यूम पहला सीगा वो की सीगा ओरिजिनल वॉल्यूम ज़्यादा सीगा, ओरिजिनल वॉल्यूम ਜਦੋਂ मैं उन्होंने बॉल ਨੂੰ अपने हैंड ਦੇ ਵਿੱਚ ਫੜਿਆ ਉਹਨੂੰ ਥੋੜਾ ਜਿਹਾ ਕੰਪਰੈਸ ਕੀਤਾ ਉਹਦੇ ਨਾਲ ਕੀ ਹੋ ਗਿਆ ਉਹਦਾ ਵੋਲੀਅਮ ਚੇਂਜ ਹੋ ਗਿਆ, ਡਿਕਰੀਜ਼ ਹੋ ਗਿਆ ਵੋਲੀਅਮ, ਪਹਿਲਾਂ ਵੋਲੀਅਮ ਜ਼ਿਆਦਾ ਸੀਗਾ ਫਿਰ ਵੋਲੀਅਮ ਕੀ ਘਟ ਗਿਆ, ठीक है जी। वो चेंज इन वॉल्यूम अपॉन ओरिजिनल वॉल्यूम जो पहला स्टार्टिंग जिन्ना वॉल्यूम सीगा, ठीक है, उन्होंने डिवाइड कर दो तुहानू वॉल्यूमेट्रिक स्ट्रेन मिल जानी है। सो इस तरीके दे नाल, ठीक है, स्ट्रेनस टेंसाइल स्ट्रेन कंप्रैसिव स्ट्रेन सारे की चेंज जो ओरिजिनल जो डेफिनेशन है चेंज इन डिमेंशन अपॉन ओरिजिनल डिमेंशन। इस तरीके नाल लोड ते डिपेंड करता किस तरह का लोड आ, जिस तरह का लोड आ उदा दी स्ट्रैस, जिस तरह का लोड आ उदा दी ही स्ट्रेनस उस बॉडी के अंदर पैदा होंदी है, ठीक है जी। सो अज दे लई इन्ना ही, बाकी आपां नैक्सट टाइम करांगे।